वाहिगुरू साहिब जी। हाँ गुर पूछो अपने, गुर पुछ कार कमाओ। शब्द सलाही मन वसै, हाँ मैं दुख जल जाओ। हो गुर पूछो अपने, गुर पुछ कार कमाओ। शब्द सलाही मन वसै, हम मैं दुख जल जाओ। सहजे होए मिलावड़ा, साचे साच मिलाओ। शब्द रते से निर्मले, तज काम क्रोध अहंकार। नाम सलाहन सद सदा, हर रख है उर तार। सो क्यों मन हो विसारिया, सब जियां का आधार। शब्द मरै सो मर रहै, फिर मरै न दूजी वार। शब्द ही ते पाइयै, हर नामे लगै प्यार। बिन शब्द जग भूला फिरै, मर जन्मै वारो वार। सब साला है आप को, वड्ढो वडेरी होए। गुर बिन आप न चीनिए, कहे सुने क्या होए। नानक शब्द पछाणिए, हम मैं करे न कोय। गुर बिन आप ना चीनिए, कहे सुने क्या होए। नानक शब्द पछाणिए, हम मैं करे ना कोय। वाहिगुरु जी का खालसा, वाहिगुरु जी की फतेह। पतित पावन भगत वत्सल करुणा निधान, राजान राज पानान पान देवान देव उपमा महान। करोड़ां ही ब्रह्मंडां दे मालक सतगुरु श्री गुरु ग्रंथ साहिब जी महाराज जी की पावन पवित्र हजूरी अंदर सुभायमान जुड़ बैठे अत सत्कारयोग गुरु प्यारे खालसा जी। सतगुरां दी पावन अमृतमई इलाही गुरबाणी दी पवित्र शब्द विचार कथा सरवण करन दा सुभाग सानू प्राप्त होया है। अज दा पावन शब्द सतगुरु श्री गुरु नानक देव जी महाराज जी की रसना तो उचारण हुई बाणी श्री राग दे अंदर 8वीं अष्टपदी है अते गुरु ग्रंथ साहिब जी के 58 अंग के उत्ते अज का पावन ये शब्द है। इस अष्टपदी के कुल 8 बंद हैं जो अज असी रहिंदे 4 बंदा की विचार करांगे। आओ सतगुरु गुरु नानक देव जी की बख्शिश कर रहे हैं।
ਹੋਂ ਗੁਰ ਪੂਛੋਂ ਆਪਣੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛਾਂਗਾ। ਤੇ ਨਾਲ ਕਹਿ ਦਿੱਤਾ ਗੁਰ ਪੁੱਛ ਕਾਰ ਕਮਾਉ। ਆਪਣੇ ਗੁਰੂ ਨੂੰ ਪੁੱਛ ਕੇ ਹੀ ਕੰਮ ਕਰਾਂਗਾ। ਕਿੰਨੀ ਪਿਆਰੀ ਗੱਲ ਹੈ, ਕਿੰਨੀ ਸੁਹਾਵਣੀ ਗੱਲ ਹੈ ਕਿ ਜਿਹੜਾ ਵੀ ਕੰਮ ਕਰਨਾ ਹੈ ਆਪਣੇ ਗੁਰੂ ਨੂੰ ਪੁੱਛ ਕੇ ਤੇ ਗੁਰੂ ਦੀ ਆਗਿਆ ਨਾਲ ਕਰਨਾ ਹੈ। ਜਿਸ ਕੰਮ ਨੂੰ ਗੁਰੂ ਨੇ ਕਹਿ ਦਿੱਤਾ ਉਹ ਕਰਨਾ ਹੈ, ਜਿਸ ਕੰਮ ਨੂੰ ਗੁਰੂ ਨੇ ਰੋਕ ਦਿੱਤਾ ਉਹਨੂੰ ਕਰਨਾ ਨਹੀਂ। ਕਿ ਕੰਮ ਗਲਤ ਹੈ, ਰੋਕ ਦੇਣਾ। ਇਸ ਤਰੀਕੇ ਦੀ ਜੀਵਨ ਜਿਉਣ ਦੀ ਜਿਹੜੀ ਬੰਦਿਆਂ ਦੀ ਜਾਂ ਗੁਰਸਿੱਖਾਂ ਦੀ ਰੂਟੀਨ ਬਣ ਜਾਂਦੀ ਹੈ, ਉਹ ਭਾਗਾਂ ਵਾਲੇ ਹੈ। ਹੋਂ ਗੁਰ ਪੂਛੋਂ ਆਪਣੇ, ਆਪਣੇ ਗੁਰੂ ਨੂੰ ਪੁੱਛਣਾ। ਹੁਣ ਸਾਡੇ ਵਿੱਚ ਗੁਰੂ ਨੂੰ ਪੁੱਛਣ ਦਾ ਤਰੀਕਾ ਕੀ ਹੈ? ਸਤਿਗੁਰੂ ਦੀ ਪਾਵਨ ਬਾਣੀ ਦਾ ਹੁਕਮਨਾਮਾ ਸਾਹਿਬ ਆਉਣਾ, ਕਿਸ ਤਰੀਕੇ ਦਾ ਸਾਡੇ ਲਈ ਉਪਦੇਸ਼ ਮਿਲਿਆ ਹੈ ਉਹਨੂੰ ਸਮਝਣਾ, ਗੁਰਬਾਣੀ ਨੂੰ ਪੜ੍ਹਨਾ, ਕਥਾ ਸੁਣਨੀ, ਗੁਰਬਾਣੀ ਨੂੰ ਪੜ੍ਹ ਕੇ ਜੋ ਉਪਦੇਸ਼ ਮਹਾਰਾਜ ਜੀ ਸਾਨੂੰ ਦਿੰਦੇ ਆ ਉਹਨੂੰ ਕਮਾਉਣਾ। ਫਿਰ ਗੁਰੂ ਨੂੰ ਪੁੱਛਣਾ ਵੀ ਤੇ ਗੁਰੂ ਨੂੰ ਪੁੱਛ ਕੇ ਕੰਮ ਕਰਨਾ ਵੀ। ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ। ਪਹਿਲੇ ਉਹ ਜਿਹੜੇ ਤਾਂ ਪੁੱਛਦੇ ਹੀ ਨਹੀਂ ਵੀ ਆਪਾਂ ਕੀ ਲੈਣਾ ਪੁੱਛ ਕੇ। ਦੂਜੇ ਉਹ ਜਿਹੜੇ ਪੁੱਛਦੇ ਤਾਂ ਹਨ, ਪੁੱਛ ਕੇ ਪੁੱਛ ਲੈਂਦੇ ਆ ਪਰ ਕਰਦੇ ਨਹੀਂ, ਉਸ ਅਨੁਸਾਰ ਚੱਲਦੇ ਹੀ ਨਹੀਂ। ਤੀਜੇ ਉਹ ਪੁੱਛਦੇ ਵੀ ਆ ਤੇ ਅੱਗੇ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਦੇ ਵੀ ਆ, ਆਪਣੇ ਜੀਵਨ 'ਚ ਕਰਦੇ ਵੀ ਆ, ਧਾਰਨ ਵੀ ਕਰਦੇ ਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਆਪਾਂ ਉਹ ਤੀਜੇ ਤਰ੍ਹਾਂ ਦੇ ਬੰਦੇ ਬਣਨਾ। ਉਹ ਪਹਿਲੇ ਤਰ੍ਹਾਂ ਦੇ ਨਹੀਂ ਜਿਨ੍ਹਾਂ ਨੇ ਪੁੱਛਣਾ ਹੀ ਨਹੀਂ ਵੀ ਚਲੋ ਜੀ ਕੀ ਪੁੱਛਣਾ ਗੁਰੂ ਤੋਂ। ਉਹ ਦੂਜੇ ਤਰ੍ਹਾਂ ਦੇ ਵੀ ਨਹੀਂ, ਪੁੱਛ ਵੀ ਲਓ ਉਨੀ ਕੁ ਗੱਲ ਮੰਨਣੀ ਜਿਹੜੀ ਸਾਡੇ ਭਲੇ ਦੀ ਆ, ਸਾਡੇ ਲਾਭ ਦੀ ਆ। ਦੂਜੀ ਨਹੀਂ ਮੰਨਣੀ ਜਿੱਥੇ ਕਿਤੇ ਲੱਗੇ ਵੀ ਇਹ ਤਾਂ ਗੱਲ ਮੇਰੇ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦੀ। ਇਹ ਜਿਹੜੀ ਬਾਣੀ ਦੀ ਪੰਕਤੀ ਹੈ ਇਹ ਤਾਂ ਮੈਨੂੰ ਇਸ ਗੱਲ ਤੋਂ ਰੋਕਦੀ ਹੈ, ਰਿਸ਼ਵਤ ਲੈਣ ਤੋਂ ਰੋਕਦੀ ਹੈ, ਇਸ ਕੰਮ ਤੋਂ ਰੋਕਦੀ ਹੈ। ਉਹ ਨਹੀਂ ਮੰਨਣੀ, ਬਸ ਉਨੀ ਕੁ ਮੰਨ ਲੈਣੀ ਜਿੰਨੀ ਕੁ ਮੇਰੇ ਲਾਭ ਦੀ ਹੈ। ਇਹ ਵੀ ਗੱਲ ਠੀਕ ਨਹੀਂ। ਗੁਰੂ ਨੂੰ ਪੁੱਛਣਾ, ਪੁੱਛ ਕੇ ਫਿਰ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਕਮਾਉਣਾ, ਇਨ ਬਿਨ ਪੂਰੇ ਦੇ ਪੂਰੇ ਖਰੇ ਉਤਰਨਾ। ਇਹ ਗੁਰਸਿੱਖ ਦੀ ਜੀਵਨ ਦੀ ਰਹੁ ਰੀਤ ਹੈ। ਇਸ ਤਰ੍ਹਾਂ ਦਾ ਸਿੱਖ ਹੁੰਦਾ ਹੈ। ਸਿੱਖ ਕਿੱਦਾਂ ਦਾ? ਬਾਬਾ ਲਹਿਣਾ ਜੀ, ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਦੂਸਰੇ ਸਤਿਗੁਰੂ, ਦੂਸਰੇ ਪਾਤਸ਼ਾਹ, ਉਹਨਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੀ ਪਰਖ ਕਰਦੇ ਸਨ, ਪਰਖ ਕਰਦੇ ਬਾਣੀ 'ਚ ਵੀ ਆਉਂਦਾ ਹੈ, ਕਸ ਕਸਵੱਟੀ ਲਾਈਆ ਪਰਖੇ ਹਿਤ ਚਿਤ ਲਾਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕੌਲ, ਇੱਕ ਭਾਂਡਾ ਚਿੱਕੜ ਵਾਲੇ ਜੋ ਟੋਆ ਸੀ ਉਹਦੇ 'ਚ ਸੁੱਟ ਦਿੱਤਾ ਜਾਂ ਡਿੱਗ ਗਿਆ। ਪਰਖ ਕਰਨ ਲੱਗੇ। ਪਰਿਵਾਰ ਦੇ ਜੀ ਕਈ ਕਹਿੰਦੇ ਸੀ ਜੀ ਗੁਰਗੱਦੀ ਪੁੱਤਰ ਨੂੰ ਦਿੱਤੀ ਜਾਏਗੀ, ਬਾਬਾ ਸ਼੍ਰੀ ਚੰਦ ਜੀ ਨੂੰ ਦਿੱਤੀ ਜਾਏਗੀ, ਲਖਮੀ ਦਾਸ ਨੂੰ ਦਿੱਤੀ ਜਾਏਗੀ, ਜਾਂ ਕਿਸੇ ਹੋਰ ਸੇਵਕ ਸਿੱਖ ਨੂੰ ਦਿੱਤੀ ਜਾਏਗੀ, ਕੌਣ ਹੈ? ਗੁਰੂ ਜੀ ਨੇ ਆਖਿਆ ਜਿਹੜਾ ਹੁਕਮ ਵਿੱਚ ਪੂਰਾ ਉਤਰੇਗਾ, ਬਚਨ ਨੂੰ ਮੰਨੇਗਾ, ਬਸ ਉਹ
कौल डिग पिया। पुत्र नूं आख्या श्री चंद जी बेटा चिक्कड़ विच गारे विच भांडा डिग पिया, लियाओ चुक के। उन्हें आख्या महाराज भांडियां दी कोई घाट है किते? इत्थे लोकी लंगर छकदे ते भांडे लै जांदे आ, कोई गल नहीं, होर बथेरे भांडे आ, लाओ मैं तुहानूं लंगर चों लिया दिंदा। भांडा ही चाहिए, की करना नाले तुसीं चिक्कड़ च जरूरी डिगना? कपड़े किन्ने सोहणे आ, किन्ने कीमती है, किन्ने महंगे मुੱਲ ਦੇ मैं पाए ने, कपड़े खराब हो जाणगे। जवाब हो गया ना। बाबा लैणा जी नूं आख्या बेटा लैणा वो भांडा चाहिए, उन्होंने सने कपड़े छाल मारी, चुक लिया बर्तन, धो के मांज के महाराज के चरणों च रखता। लो जी ये सी परख। इस तरीके दियां कई परखां हुईयां, कई उहदे विच पिछे रह गए। जिवें स्कूल विच एग्जाम हुंदे आ, पेपर हुंदे आ, कई बंदे पहले नंबर ते होंदे, कई दूजे ते होंदे, कई तीजे ते होंदे, कई बेचारे मसां ही पास जोगे हुंदे, उन्ने एक नंबर लैंदे। ठीक है, आपो अपनी हर किसी दी कह लो बुद्धि हुंदी है, हर किसी दे अपने विचार हुंदे हन, सारे कुछ नहीं हुंदे। पर गुरु नानक दे घर प्रवान उही है, कहंदे ਜਿਹੜਾ ਪੁੱਛਦਾ ਤੇ ਪੁੱਛ ਕੇ ਉਸ ਕਰਮ ਨੂੰ ਕਰਦਾ। ਕਈ ਕੰਮ ਬੰਦਾ ਪੁੱਛ ਲੈਂਦਾ, ਸਮਝ ਲੈਂਦਾ, ਉਹਨਾਂ ਨੂੰ ਪੈਂਡਿੰਗ ਕਰ ਦਿੰਦਾ ਵੀ ਅੱਜ ਨਹੀਂ ਵੇਲਾ, ਫੇਰ ਕਰਾਂਗੇ ਕਦੇ। ਇਉਂ ਨਹੀਂ ਕਹਿੰਦੇ ਹਉ ਗੁਰ ਪੁੱਛੋਂ ਆਪਣੇ, ਗੁਰ ਪੁੱਛ ਕਾਰ ਕਮਾਓ, ਸ਼ਬਦ ਸਲਾਹੀ ਮਨ ਵਸੈ। शब्द सलाही गुरु दे शब्द दे राही प्रभु की सिफत सलाह करनी, गुरबाणी दे नाल जुड़ना। गुरबाणी भी पढ़ांगा कहंदे मैं, गुरबाणी दे नाल उस वाहिगुरू की सिफत सलाह। आपां किन्नी क सिफत कर लवांगे परमात्मा की, किन्नी उहदे गुण गा लवांगे जे असीं बाणी तो बिना गाने होण। पर जे तुसीं गुरबाणी दे नाल गाओ, लगे ही रहो दिन रात, तो गुण मुकने नहीं। कला सुखमनी साहब का पाठ करो, सैकड़े वार परमात्मा की सिफत हो जाएगी। एक जाप साहब का पाठ कर दो, हज़ारां वार परमेश्वर वाहिगुरू अगे सिजदा हो जाएगा, झुकना हो जाएगा। शब्द दे राही, शब्द दे नाल जुड़ के प्रभु नूं सलाहिया जा सकता है। शब्द सलाही मन वसै, परमात्मा मन च वसेगा। हौमै दुख जल जाओ, हौमै दा वड्डा रोग है जिहड़ा जन्मां जन्मांतरां दा लग्या होया है भी मैं भी कुछ हाँ। दुनिया विच ते चलदा है, दुनिया दे विच ते पुछे उहदी है जिहड़े बंदे दी जिड्डी वड्डी हौमै है। पर धर्म की दुनिया च गुरु के दर ते ये चीज़ नहीं चलती। दुनिया दे विच ते आपस, धर्म की दुनिया दे विच ते आपस को जो जाने नीचा, सो गनिया सब ते ऊंचा, जाका मन होए सगल की रीना, हर हर नाम तिन घट घट चीना। इसलिए गुरु दे नाल इस तरह का संबंध होना चाहिए कि आपा भाव नहीं होना चाहिए उत्थे, हौमै हंकार ना होवे। कहंदे हौमै दुख दिंदी है, हौमै दे दुख हन। ते जदों शब्द दे नाल परमेश्वर की सिफत करदे आ बाणी दे नाल, ते फिर हौमै दा दुख है जिहड़ा वो जल जाओ, वो टुट जांदा, सड़ जांदा। टुट्टी हुई चीज़ का भी कुछ ना कुछ बाकी रह जाता है, पर जब सड़ जाती चीज़ बस फिर सवाह हो जाती, प्रकृति च मिल जाती, ਉਹਦਾ कुछ भी नहीं बचता। महाराज कहते जिहड़ी हौमै है ना, हौमै ये फिर सड़ के सवाह हो जाती है। सहजे होए मिलावड़ा, सहजे गुरु दे दसे मार्ग ते चलदे आ सहज सहज हौली हौली चली चलो, चली चलो। गुरु जी ने कहा भाई अमृत वेले उठ्या कर, उठन लग पिया।
गुरु जी ने आख्या क्यों करया कर, बाणी पढ़िया कर। पढ़न लग पिया, सिमरन भी करया कर, करन लग पिया। हुण बई काम ते भी जाना है, अपनी किरत विरत भी करया कर, वो भी करता है। शाम नूं फिर आ गया, रहराज साहब का पाठ कर, गुरमुखा करन लग पिया। शाम नूं रात नूं सौण लग्या सोहेला साहब करया, हाँ जी कीता। हुण बह जा, वाहिगुरू 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 कर लै 10 मिनट 15 मिनट जिन्ना चिर कर सकदा। कीता, थक्या होया चल सौ जा। सहज का मार्ग है, कोई ये नहीं कि तेनों नींद आई है चल जाके पानी च खड़ जा, चल जाके किसी दरख्त नाल पुट्ठा लटक जा, इदां दा कुछ नहीं। जदों गुरु दे दसे राह ते चलांगे फिर सहजे ही मिलाप हो जाएगा परमात्मा नाल, फिर बहुता कोई विशेष काम भी नहीं करना पएगा। चलदे चलदे हौली 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 ते ज्ञान दे सहित हो जावांगे। ते महाराज कहंदे मिलावड़ा परमेश्वर नाल मिलाप हो जाएगा। साचे साच मिलाओ, उस सच्चे वाहिगुरू दे नाल मिलाप करा देना। किने? साचे। साचे की? सच्चे गुरु ने साच जणी सच्चे परमात्मा का मिलाप करवा देना। गुरु ने परमेश्वर वाहिगुरू दे राह ते पा देना। शब्द रते से निर्मले, तज काम क्रोध अहंकार। गुरु नानक देव जी कहते जिहड़े बंदे शब्द नाल जां बाणी नाल रंगे जाते उही असल रूप च निर्मल हो सकते हैं। हुण निर्मल आपां कहंदे जिन्हों मैल ना होवे कोई। साध संगत किन्ने मर्जी यतन कर दो, जो मर्जी करी चलो, मैल है जिहड़ी वो छेती शरीर की बॉडी की उतरदी थोड़ा। शरीर है जिहड़ा ये तो मैला ही रहिंदा है, जिन्ना मर्जी धो लो ये चों मैल नहीं जाती। पर मैं किते पढ़िया सी एक लंगर विच लिखिया होया सी कि जिहड़ी चीज़ कदे शुद्ध नहीं हो सकती वो है शरीर। उन्होंने बंदा रोज़ रोज़ शुद्ध करता है, वार वार शुद्ध करता है, वार वार धोंदा है, पर जिन्ने मर्जी वार धो लो शुद्ध नहीं होंदी। पर जिहड़ी चीज़ शुद्ध हो सकती है, निर्मल हो सकती है, पवित्र हो सकती है, वो है मन। मन पर उन्होंने कदे भी इशनान नहीं कराउंदा, कदे भी शुद्ध नहीं करता, कदे भी पवित्र करन दा यतन नहीं करता। ਇਹਦਾ फिर नतीजा ये हुंदा है मन मैला रहिंदा, शरीर शुद्ध हो नहीं सकता, ना शरीर शुद्ध होया ना मन शुद्ध हुंदा। पर ਇਹਦੇ बिल्कुल दूजा पक्ष, जिस इंसान ने अपने मन नूं शुद्ध कर लिया वो इंसान दा तन भी शुद्ध हो जाएगा, शरीर भी शुद्ध हो जाएगा, पवित्र हो जाएगा। इत्थों तक उहदे नाल लगी हुई चीज़ भी शुद्ध हो जाएगी। असी अवतारां दियां, गुरुआं दियां, संत महात्मा महापुरुषां दियां चीज़ां नूं क्यों साਂਭ के रखते हैं बई? जोड़े तां एक आम दुकानदार, एक आम चरमकारी दे काम करन वाले ने जोड़े बनाए है। उही जोड़े तुसी भी लै सकते हो। उही जोड़े गुरु अमरदास महाराज दे सी। पर गुरु अमरदास महाराज दे जोड़े च इन्नी ताकत, एक पागल दे मत्थे नूं ला दो दी अकल टकाने आ जांदी, ते थोड़े जोड़े दे विचों मुश्क मारदी, बदबू मारदी, फर्क की है? तुसी आखोगे जी मैं तो सेंट बड़े लाउना, मैं तो बड़ा कुछ करदा। ठीक है, वारी तौर पर तुसी खुशबू भी ला लोगे, कपड़ा भी मार लोगे, साफ भी होणगे, शोरूम चों भी लिया सकते, तुसी महंगे मुੱਲ ਦੇ पाउने हो। पर जो पवित्रता, जो गुण उस जोड़े च आ सकते, तुहाडे च नहीं आ सकते। कारण क्योंकि वो उस शुद्ध आत्म चेतन दे नाल जुड़ के उन्हां च भी उहदी शुद्धता दी कह दो अंश आ जांदी है, ते वो शरीर ते पवित्र है ही, शरीर नाल जुड़ियां चीज़ां भी पवित्र हो जांदियां ने। गुरु साहब दियां श्री साहबां, गुरु साहब दा कंघा केस
ਬੁੱਧੂ ਸ਼ਾਹ ਦੇ ਪੁੱਤ ਸ਼ਹੀਦ ਹੋ ਗਏ। ਕਿੱਡਾ ਵੱਡਾ ਹੀਆ ਸੀ ਉਸ ਫਕੀਰ ਦਾ, ਕਈ ਮੁਰੀਦ ਸ਼ਹੀਦ ਕਰਵਾ ਲਏ। ਪਾਉਂਟਾ ਸਾਹਿਬ ਪਹਿਲਾ ਜੰਗ ਜੋ ਹੋਇਆ ਭੰਗਾਣੀ ਦਾ, ਇੰਨਾ ਕੁਝ ਕਰਨ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ, ਔਖੇ ਵੇਲੇ ਤੁਸੀਂ ਆਏ, ਚਿੱਠੀ ਪੜ੍ਹ ਕੇ ਤੇ ਇਉਂ ਕਰੋ, ਤੁਸੀਂ ਮੰਗੋ ਕੀ ਮੰਗਦੇ ਹੋ, ਕੋਈ ਚੀਜ਼ ਦੱਸੋ। ਮਹਾਰਾਜ ਗੁਰੂ ਕਲਗੀਧਰ ਜੀ ਮੰਜੇ ਪਲੰਘ ਤੇ ਬੈਠੇ ਸਨ, ਥੱਲੇ ਕੱਪੜਾ ਵਿਛਾਇਆ ਹੋਇਆ ਸੀ ਤੇ ਕੇਸੀ ਕੰਘਾ ਕਰ ਰਹੇ ਸਨ। ਕੁਝ ਖਾਸ ਸਿੰਘ ਸਨ। ਅੱਗੋਂ ਆਖਣ ਲੱਗੇ, ਪੀਰ ਜੀ ਮਹਾਰਾਜ ਜੇ ਤਰੁੱਠੇ ਹੋ, ਮੈਨੂੰ ਦੁਨੀਆ ਦੀ ਕੋਈ ਵਸਤੂ ਨਹੀਂ ਚਾਹੀਦੀ, ਤੁਹਾਡੇ ਸਰੀਰ ਨਾਲ ਛੋਇਆ ਹੋਇਆ, ਧਿਆਨ ਦੇਣਾ, ਤੁਹਾਡਾ ਕੰਘਾ ਮੈਨੂੰ ਦੇ ਦਿਓ। ਜਿਹੜਾ ਕੰਘਾ ਤੁਹਾਡੇ ਹੱਥ 'ਚ ਹੈ, ਟੱਚ ਕੀਤਾ ਹੋਇਆ ਹੈ, ਫੜਿਆ ਹੋਇਆ ਤੁਸੀਂ, ਅਤੇ ਜਿਹਨੂੰ ਸੀਸ ਵਿੱਚ ਫੇਰ ਰਹੇ ਹੋ, ਇਹ ਕੰਘਾ ਦੇ ਦਿਓ, ਵਿੱਚੇ ਕੇਸ ਵਿੱਚੇ ਰਹਿਣ ਦਿਓ। ਲੈ ਲਿਆ। ਘਰੇ ਜਾਂਦਾ, ਘਰ ਵਾਲੀ ਪੁੱਛਦੀ ਹੈ, ਨਸੀਰਾਂ ਬੇਗਮ ਸੀ ਉਹਦੀ ਘਰ ਵਾਲੀ ਦਾ ਨਾਂ, ਬੁੱਧੂ ਸ਼ਾਹ ਜੀ ਦਾ, ਪੀਰ ਜੀ ਮੇਰੇ ਪੁੱਤਰ ਭਾਗਾਂ ਵਾਲੀਏ, ਪੁੱਤਰ ਧਰਮ ਦੇ ਲੇਖੇ ਲੱਗ ਗਏ। ਅੱਛਾ, ਤੈਨੂੰ ਨਹੀਂ ਪਤਾ ਪੁੱਤਰ ਦੇ ਕੇ ਮੈਂ ਕੀ ਚੀਜ਼ ਲੈ ਆਇਆ? ਕੀ ਲਿਆਂਦਾ ਦੇਖਾਂ। ਦਿਖਾਇਆ ਕੱਪੜੇ 'ਚੋਂ। ਓਹੋ, ਇਹ ਤਾਂ ਕੰਘਾ ਲਿਆਇਓ ਇੱਕ ਲੱਕੜ ਦਾ, ਇਹ ਤਾਂ ਕੇਸ ਲਿਆਇਓ, ਇਹਨਾਂ ਦੇ ਬਦਲੇ ਪੁੱਤ ਸ਼ਹੀਦ ਕਰਾਏ ਜਾਂਦੇ ਆ। ਉਹ ਨਹੀਂ ਕਮਲੀਏ, ਇਹ ਛੋਟੀ ਚੀਜ਼ ਨਹੀਂ। ਗੁਰੂ ਮਹਾਰਾਜ ਜੀ ਦਾ ਕੰਘਾ ਸਣ ਕੇਸਾਂ ਵਾਲਾ ਨਸੀਰਾਂ ਦੇ ਮੱਥੇ ਨੂੰ ਲਾ ਦਿੱਤਾ। ਮੱਥੇ ਨੂੰ ਲਾਇਆ, ਕੰਧ ਨਾਲ ਲਾ ਕੇ ਢੂ ਬਹਿ ਗਈ ਤੇ ਕਈ ਘੰਟੇ ਉੱਠੀ ਨਹੀਂ। ਦਰਗਾਹ ਤੱਕ ਦਾ ਸਭ ਕੁਝ ਦਿਖ ਗਿਆ। ਇਉਂ ਦਿਖ ਗਿਆ ਮੇਰੇ ਪੁੱਤਾਂ ਨੂੰ ਕਿਵੇਂ ਰੱਬੀ ਦਰਗਾਹ ਦੇ ਵਿੱਚ ਸ਼ਾਨੋ ਸ਼ੌਕਤ ਨਾਲ ਦੇਵਤੇ ਅਤੇ ਫਰਿਸ਼ਤੇ ਫੁੱਲ ਬਰਸਾਉਂਦੇ ਲੈ ਕੇ ਜਾ ਰਹੇ ਨੇ। ਤੇ ਉੱਠੀ ਜਦੋਂ, ਕਹਿੰਦੇ ਕੀ ਹੋ ਗਿਆ ਸੀ ਨਸੀਰਾਂ, ਕੀ ਗੱਲ ਛੋਟੀ ਚੀਜ਼ ਲਿਆਂਦੀ? ਕਹਿੰਦੀ ਨਹੀਂ, ਇਹ ਤਾਂ ਐਡੀ ਵੱਡੀ ਚੀਜ਼ ਗੁਰੂ ਦੀ ਹੈ, ਦੇ ਦਿੱਤੀ ਆਪਾਂ ਨੂੰ, ਇਹਦੇ ਬਦਲੇ ਤਾਂ ਭਾਵੇਂ ਆਪਣੇ ਰਹਿੰਦੇ ਪੁੱਤ ਵੀ ਸ਼ਹੀਦ ਹੋ ਜਾਣ, ਆਪਾਂ ਵੀ ਸ਼ਹੀਦ ਹੋ ਜਾਈਏ, ਤਾਂ ਵੀ ਇਹ ਚੀਜ਼ ਦੀ ਕੀਮਤ ਨਹੀਂ ਆਪਾਂ ਦੇ ਸਕਦੇ। ਇਹ ਹੈ ਗੁਰੂ, ਉਸ ਜਿਸ ਦੇ ਹਿਰਦੇ 'ਚ ਸੱਚ ਪ੍ਰਗਟ ਹੋ ਜਾਏ, ਉਹਦਾ ਹਿਰਦਾ ਤੇ ਸੱਚਾ ਹੈ ਹੀ, ਉਹਦਾ ਸਰੀਰ ਵੀ ਸੱਚਾ ਹੈ, ਸਰੀਰ ਨਾਲ ਜੁੜੀਆਂ ਚੀਜ਼ਾਂ ਵੀ ਸੱਚੀਆਂ ਹੋ ਜਾਂਦੀਆਂ, ਸਾਧ ਸੰਗਤ ਸੁੱਚੀਆਂ ਪਵਿੱਤਰ ਹੋ ਜਾਂਦੀਆਂ। ਇਉਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਭਾਈ ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ। ਜਿਹੜੇ ਇਨਸਾਨ ਸ਼ਬਦ ਨਾਲ ਜੁੜ ਜਾਂਦੇ, ਗੁਰਬਾਣੀ ਨਾਲ ਜੁੜ ਜਾਂਦੇ, ਜਿਨ੍ਹਾਂ ਦੇ ਹਿਰਦੇ 'ਚ ਸ਼ਬਦ ਪ੍ਰਗਟ ਹੋ ਜਾਂਦਾ ਪ੍ਰਭੂ ਦਾ, ਕਹਿੰਦੇ ਉਹ ਨਿਰਮਲੇ ਹੋ ਜਾਂਦੇ ਆ ਬਈ, ਉਹ ਸ਼ੁੱਧ ਹੋ ਜਾਂਦੇ ਆ। ਉਹਨਾਂ ਦਾ ਕਾਮ ਕ੍ਰੋਧ ਅਹੰਕਾਰ ਉਹਨਾਂ 'ਚ ਰਹਿੰਦਾ ਨਹੀਂ। ਮੈਲ ਬੰਦੇ ਦੇ ਮਨ 'ਚ ਭਰਦੇ ਆ ਇਹ ਵਿਸ਼ੇ ਵਿਕਾਰ। ਗੁਰੂ ਜੀ ਕਹਿੰਦੇ ਵਿਸ਼ੇ ਆ ਜਿਹੜੇ ਕਾਮ ਕ੍ਰੋਧ ਅਤੇ ਹੰਕਾਰ, ਕਿੰਨੇ ਭੈੜੇ ਆ। ਕਿੰਨੀਆਂ ਉਦਾਹਰਨਾਂ ਇਹਨਾਂ ਦੇ ਬਾਰੇ ਮਹਾਰਾਜ ਨੇ ਦਿੱਤੀਆਂ। ਕਾਮ ਦੀ ਉਦਾਹਰਨ ਦਿੱਤੀ ਮਹਾਰਾਜ ਨੇ ਇੱਕ ਹਾਥੀ ਦੀ, ਗੁਰਬਾਣੀ 'ਚ ਮਿਲਦੀ ਹੈ। ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਕਾਮ ਸੁਆਏ ਗਜ ਬਸ ਪਰਿਓ ਮਨ ਬੌਰਾ ਰੇ, ਅੰਕੁਸ਼ ਸਹਿਓ ਸੀਸ। ਐਡੀ ਵੱਡੀ ਉਦਾਹਰਨ ਦਿੱਤੀ। ਕਹਿੰਦੇ ਹਾਥੀ ਕਿੱਡਾ ਵੱਡਾ ਜਾਨਵਰ ਹੈ, ਕਿੱਡਾ ਵੱਡਾ। ਅਤੇ ਹਾਥੀ ਨੂੰ ਆਪਾਂ ਦੇਖਦੇ ਨਾ ਜੰਗਲਾਂ 'ਚੋਂ ਫੜੇ ਜਾਂਦੇ ਆ ਇਹ, ਜੰਗਲਾਂ 'ਚੋਂ। ਘਰੇ ਤਾਂ ਨਹੀਂ ਕੋਈ ਬਣਾਉਂਦਾ ਇਹਨਾਂ ਨੂੰ, ਹਾਥੀਆਂ ਨੂੰ ਜੰਗਲ 'ਚੋਂ ਹੀ ਆਉਂਦੇ ਆ ਨਾ। ਇਹਨਾਂ ਨੂੰ ਫੜਦੇ ਕਿਵੇਂ ਹੈ, ਇਹਦੀ ਟੈਕਨੀਕ ਕੀ ਆ, ਉਹ ਗੁਰਬਾਣੀ 'ਚ ਦੱਸੀ ਹੈ ਵੀ ਕਿਵੇਂ ਫੜਦੇ ਆ ਹਾਥੀ ਫੜਨ ਵਾਲੇ ਜੰਗਲਾਂ 'ਚ। ਬਾਂਦਰ ਵੀ ਫੜੇ ਜਾਂਦੇ ਆ, ਬਾਂਦਰਾਂ ਦੀ ਫੜਨ ਦੀ ਵੀ ਇੱਕ ਟੈਕਨੀਕ ਹੈ, ਤਰੀਕਾ ਹੈ, ਕਿਵੇਂ ਫੜੇ ਜਾਂਦੇ ਉਹ ਵੀ ਬਾਣੀ 'ਚ ਦੱਸਿਆ। ਹਾਥੀ ਦੀ ਸੁਣ ਲਓ।
ਹਾਥੀ ਨੂੰ ਜਦੋਂ ਫੜਦੇ ਆ, ਪਹਿਲਾਂ ਧਰਤੀ 'ਚ ਇੱਕ ਵੱਡਾ ਸਾਰਾ ਟੋਆ ਪੱਟ ਲੈਂਦੇ ਆ। ਜਿਵੇਂ ਆਪਣੇ ਕਹਿ ਲਓ ਕਮਰਾ ਹੁੰਦਾ ਹੈ ਜਾਂ ਆਪਣਾ ਬਰਾਂਡਾ ਹੁੰਦਾ ਐਡਾ ਵੱਡਾ, ਆਲੇ ਦੁਆਲੇ ਤੋਂ ਚੌਰਸ ਕਾਫੀ ਵੱਡਾ ਟੋਆ ਪੱਟ ਕੇ ਡੂੰਘਾ। ਫਿਰ ਕੀ ਕਰਦੇ ਹਨ, ਉਸ ਟੋਏ ਦੇ ਉੱਤੇ ਥੋੜ੍ਹੀ ਛੋਟੀਆਂ ਛੋਟੀਆਂ ਲੱਕੜਾਂ ਜਿਹੀਆਂ ਪਾ ਦਿੰਦੇ ਆ, ਪਤਲੀਆਂ ਪਤਲੀਆਂ ਜਿਹੀਆਂ, ਬਰੀਕ ਜਿਹੀਆਂ, ਜੋ ਥੋੜ੍ਹੇ ਵਜਨ ਨਾਲ ਤਾਂ ਨਹੀਂ ਟੁੱਟਦੀਆਂ, ਪਰ ਹਾਥੀ ਦਾ ਵਜਨ ਜ਼ਿਆਦਾ ਹੁੰਦਾ, ਜੇ ਉਹ ਉੱਤੇ ਪੈਰ ਰੱਖਦੇ ਤਾਂ ਟੁੱਟ ਜਾਂਦੀਆਂ। ਕਾਨੇ ਛੋਟੇ ਛੋਟੇ ਡੱਕੇ ਜੇ ਪਾ ਕੇ ਉੱਤੇ ਫਿਰ ਕੱਪੜਾ ਜਾਂ ਤਰਪਾਲ ਕੋਈ ਚੀਜ਼ ਸਿੱਟ ਦਿੰਦੇ ਆ ਉੱਤੇ, ਫਿਰ ਮਿੱਟੀ ਪਾ ਦਿੰਦੇ ਆ ਉਹਦੇ, ਜਣੀ ਪੱਧਰੀ ਕਰ ਦਿੰਦੇ ਆ ਉਹਨੂੰ। ਅਤੇ ਉਹ ਕੀ ਕਰਦੇ, ਉੱਥੇ ਹਾਥੀ ਨੂੰ ਲਿਆਉਣ ਵਾਸਤੇ, ਹੁਣ ਉੱਥੇ ਹਾਥੀ ਨੂੰ ਲਿਆਉਣਾ ਹੈ। ਹਾਥੀ ਜੰਗਲੀ ਹਾਥੀ ਕਿਹੜਾ ਨੌਕਰ ਹੈ ਕਿਸੇ ਦਾ ਵੀ, ਹੁਕਮ ਮੰਨਦਾ, ਕਿਵੇਂ ਆਊਗਾ? ਕਹਿੰਦੇ ਉਹਨੂੰ ਮਾਰਨ ਦੇ ਲਈ, ਹਾਥੀ ਨੂੰ ਉਹਦੀ ਬੁੱਧੀ ਮਾਰਨ ਵਾਸਤੇ, ਹਾਥੀ ਦੇ ਵਿੱਚ ਵਾਸ਼ਨਾ ਬਹੁਤ ਹੈ, ਕਾਮ ਵਾਸ਼ਨਾ। ਕਹਿੰਦੇ ਇੱਕ ਕਾਗਜ਼ ਦੀ ਬਣੀ ਹੋਈ, ਅੱਜ ਕੱਲ੍ਹ ਜਿਵੇਂ ਪਲਾਸਟਿਕ ਦੀਆਂ ਬਣੀਆਂ ਹੋਈਆਂ, ਹਾਥੀ ਦੀ ਮਾਦਾ, ਜਿਹੜੀ ਹਾਥੀ ਜਿਵੇਂ ਆਪਣੇ ਪੁਰਸ਼ ਅਤੇ ਇਸਤਰੀ ਪੋਜ਼ੀਟਿਵ ਹੁੰਦੇ ਨਾ ਇੱਕ ਦੂਜੇ ਤੋਂ, ਇਸ ਤਰ੍ਹਾਂ ਹਾਥੀ ਦੀ ਮਾਦਾ ਜਿਹੜੀ ਹਥਨੀ, ਉਹਦੇ ਉੱਤੇ ਲਿਆ ਕੇ ਉਹਦਾ ਸਟੈਚੂ ਜਿਹਾ ਖੜਾ ਦਿੰਦੇ ਆ, ਕਾਗਜ਼ ਦੀ ਬਣੀ, ਕਾਲਬੂਤ ਕਾਗਜ਼ ਨੂੰ ਕਹਿ ਦਿੰਦੇ ਆ, ਅੱਜ ਕੱਲ੍ਹ ਪਲਾਸਟਿਕ ਦੀ ਬਣਾ ਲੈਂਦੇ ਆ, ਉਹਦੇ ਉੱਤੇ ਲਿਆ ਕੇ ਖੜਾ ਦਿੰਦੇ ਆ। ਅਤੇ ਹਾਥੀ ਜਿਉਂ ਹੀ ਵੇਖਦਾ ਉਹਦੇ ਵੱਲ ਭੱਜਿਆ ਆਉਂਦਾ, ਬਸ ਇਹੀ ਇਹਦੇ ਮੌਤ ਦਾ ਕਾਰਨ ਬਣਦਾ। ਹਾਥੀ ਜਿਉਂ ਭੱਜ ਕੇ ਆਉਂਦਾ, ਜਿਉਂ ਹੀ ਨੇੜੇ ਲੱਗਦਾ ਰਸਤੇ ਦੇ ਵਿੱਚ, ਉਹ ਜਿੱਥੇ ਖੜ੍ਹੀ ਹੁੰਦੀ ਆ, ਉਹ ਇੱਕ ਟੋਏ ਦੇ ਉੱਤੇ ਖੜ੍ਹੀ ਹੁੰਦੀ, ਡੱਕਿਆਂ ਦੇ ਉੱਤੇ, ਹਾਥੀ ਦਾ ਵਜ਼ਨ ਪੈਂਦਾ, ਉਹਦੇ ਵਿੱਚ ਡਿੱਗ ਜਾਂਦਾ। ਫਿਰ ਕਈ ਦਿਨ ਹਾਥੀ ਉਹਦੇ ਵਿੱਚ ਪਿਆ ਰਹਿੰਦਾ, ਉਹਨੂੰ ਕੱਢਦੇ ਨਹੀਂ, ਛੇੜਦੇ ਨਹੀਂ। ਉਹ ਤਾਕਤ ਜਦੋਂ ਉਹਦੀ ਬਿਲਕੁਲ ਮੁੱਕਣ ਵਾਲੀ ਹੋ ਜਾਂਦੀ ਹੈ, ਭੁੱਖਾ ਹੋ ਜਾਂਦਾ, ਨਿੱਸਲ ਹੋ ਕੇ ਬੇਹੋਸ਼ ਹੋ ਜਾਂਦਾ, ਫਿਰ ਉਹਨੂੰ ਫੜਦੇ ਆ, ਉਹਦੇ ਫਿਰ ਅੰਕੁਸ਼ ਕੰਨਾਂ ਦੇ ਵਿੱਚ ਮਾਰ ਕੇ ਨਾ ਇੱਦਾਂ ਕੁੰਡੇ, ਅਤੇ ਉਹਨੂੰ ਵਸ 'ਚ ਕਰਕੇ ਝੰਗਾੜਾਂ ਕਢਾਉਂਦੇ ਆ ਉਹਦੀ, ਅਤੇ ਫੜ ਕੇ ਫਿਰ ਲੈ ਜਾਂਦੇ ਆ ਜਿੱਥੇ ਸਰਕਸ ਵਿੱਚ ਨੱਚਦਾ ਫਿਰਦਾ, ਫਿਰ ਕਰਦਾ ਨਾ ਕੰਮ। ਕਾਹਦੇ ਲਈ? ਕਹਿੰਦੇ ਦੇਖੋ, ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸੁਆਏ, ਗਜ ਵਸ ਪਰਿਓ ਮਨ ਬੌਰਾ ਰੇ, ਅੰਕੁਸ਼ ਸਹਿਓ ਸੀਸ। ਕਿਵੇਂ ਹਾਥੀ ਵਸ 'ਚ ਹੋ ਗਿਆ, ਮਨਾ ਬੌਲਿਆ, ਕਮਲਿਆ, ਸਿਰਫ ਉਹਦੀ ਇੱਕ ਬੇਸਮਝੀ ਵਾਸ਼ਨਾ ਦੇ ਤਹਿਤ। ਹੁਣ ਉਦਾਹਰਨ ਦਿੰਦੇ ਬਾਂਦਰ ਦੀ, ਕਹਿੰਦੇ ਲਾਲਚ ਬੰਦੇ ਨੂੰ ਕਿਵੇਂ ਮਾਰਦਾ। ਬਾਂਦਰ ਨੂੰ ਫੜਨ ਵਾਲੇ, ਬਾਂਦਰ ਬੜਾ ਚਲਾਕ ਕਿਸਮ ਦਾ ਹੈ, ਜਾਨਵਰ ਹੈ, ਬੜੀ ਸਮਝ ਹੈ ਇਹਨੂੰ, ਪਰ ਇਹਨੂੰ ਜਦੋਂ ਫੜਦੇ ਆ, ਕੀ ਕਰਦੇ, ਇੱਕ ਕੂਜਾ ਲੈ ਕੇ, ਭਾਂਡਾ ਲੈ ਕੇ, ਗੜਵੀ ਲੈ ਕੇ, ਛੋਟੀ ਜਿਹੀ ਗੜਵੀ ਲੈ ਕੇ, ਛੋਟੀ ਜਿਹੀ, ਉਹਨੂੰ ਕਿਸੇ ਰੱਸੀ ਨਾਲ ਜਾਂ ਕਿਸੇ ਸੰਗਲੀ ਨਾਲ ਬੰਨ੍ਹ ਦਿੰਦੇ ਆ, ਗੜਵੀ ਨੂੰ ਥੱਲੋਂ, ਜਾਂ ਧਰਤੀ 'ਚ ਗੱਡ ਦਿੰਦੇ ਆ, ਸਮਝ ਲਓ। ਉਹਨੂੰ ਧਰਤੀ 'ਚ ਗੱਡ ਕੇ, ਜਾਂ ਇਉਂ ਕਹਿ ਲਓ ਕਿ ਸੰਗਲੀ ਨਾਲ ਬੰਨ੍ਹ ਕੇ, ਕਿਸੇ ਚੀਜ਼ ਨਾਲ ਉਹਨੂੰ ਪੱਕੀ ਕਰਕੇ, ਬਾਂਦਰ ਦੇ ਸਾਹਮਣੇ ਉਹਦੇ 'ਚ ਛੋਲੇ ਪਾ ਦਿੰਦੇ ਆ, ਦਿਖਾ ਕੇ, ਉਹਨੂੰ ਇਉਂ ਦਿਖਾ ਕੇ ਛੋਲਿਆਂ ਦੀ ਭਰ ਦਿੰਦੇ ਆ, ਥੋੜ੍ਹੀ ਜਿਹੀ ਊਣੀ ਰਹਿਣ ਦੇ ਦਿੰਦੇ ਆ, ਇੰਚ ਅੱਧਾ ਇੰਚ, ਇੰਨੀ ਕੁ ਗੜਵੀ, ਇੰਨੀ ਕੁ ਉਹਦਾ ਮੂੰਹ ਇੰਨਾ ਕੁ ਟਾਈਟ ਹੁੰਦਾ ਵੀ ਹੱਥ ਇਉਂ ਟੇਢਾ ਕਰਕੇ ਤਾਂ ਪੈ ਸਕਦਾ ਉਹਦਾ, ਪਰ ਜੇ ਮੁੱਠੀ ਬੰਦ ਹੋ ਜੇ ਨਿਕਲ ਨਹੀਂ ਸਕਦਾ। ਬਾਂਦਰ ਕੀ ਕਰਦਾ, ਬਾਂਦਰ ਦੇਖਦਾ ਚਲਾਕੀ ਕਰਕੇ, ਉਹ ਛੋਲੇ ਕੱਢਣ ਲਈ ਉਹਦੇ 'ਚ ਹੱਥ ਪਾ ਲੈਂਦਾ, ਅੰਦਰ ਜਾ ਕੇ ਛੋਲਿਆਂ ਦੀ ਮੁੱਠੀ ਭਰ ਲੈਂਦਾ। ਮੁੱਠੀ ਜਿਉਂ ਭਰਦਾ, ਮੁੱਠੀ ਚੌੜੀ ਹੋ ਜਾਂਦੀ, ਆਹ ਗੁੱਟ ਹੈ ਜਿਹੜਾ, ਉਹ ਗੜਵੀ 'ਚ ਫਸ ਜਾਂਦਾ ਉਹਦਾ। ਹੁਣ ਉਹਦੀ ਜਾਨ ਨਹੀਂ ਛੁੱਟਦੀ, ਜੋ ਮਰਜ਼ੀ ਕਰ ਲੈ। ਛੁੱਟ ਸਕਦਾ ਹੈ ਜੇ ਉਹ ਮੁੱਠੀ ਛੋਲਿਆਂ ਦੀ ਛੱਡ ਦੇਵੇ, ਜੇ ਛੱਡ ਦੇਵੇ ਵੀ ਚੱਲ ਛੱਡ ਕਾਹਨੂੰ, ਉਹਨੂੰ ਝਾੜ ਦੇਵੇ,
ਜਿਵੇਂ ਹੱਥ ਪਾਇਆ ਉੱਦਾਂ ਹੀ ਕੱਢ ਲਵੇ, ਛੁੱਟ ਜੂਗਾ। ਪਰ ਛੋਲੇ ਉਹਨੇ ਛੱਡਣੇ ਨਹੀਂ, ਗੜਬੀ ਉਹਨੂੰ ਨਹੀਂ ਛੱਡਦੀ। ਫਿਰ ਤੇ ਬਾ ਉੱਥੇ ਹੀ ਜਦੋਂ ਪਕੜ 'ਚ ਆ ਜਾਂਦਾ, ਸ਼ਿਕਾਰੀ ਉਹਨੂੰ ਫੜ ਲੈਂਦੇ ਆ, ਗਲ 'ਚ ਰੱਸੀ ਪਾ ਲੈਂਦੇ ਆ। ਇੱਕ ਮੁੱਠੀ ਨਾਜ ਦੀ ਵਾਸਤੇ ਤੇ ਸਾਧ ਸੰਗਤ ਘਰ ਘਰ ਨੱਚਦਾ ਫਿਰਦਾ। ਫਿਰ ਮਦਾਰੀ ਦੀ ਡੁਗਡੁਗੀ 'ਤੇ ਨੱਚਦਾ। ਫਿਰ ਮਦਾਰੀ ਕਹਿੰਦਾ ਬੋਲ ਬਸੰਤੀ ਸੇ ਸ਼ਾਦੀ ਕਰੇਗਾ, ਫਿਰ ਸਿਰ ਹਿਲਾਉਂਦਾ। ਫਿਰ ਮਦਾਰੀ ਕਰਦਾ ਡੁਗ 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 ਡੁਗ, ਫਿਰ ਮਾਰਦਾ ਛਾਲਾਂ। ਆਪਣੀ ਇੰਨੀ ਵਧੀਆ ਜ਼ਿੰਦਗੀ ਮਤਲਬ ਫਰੀ ਘੁੰਮਣਾ ਸੀ ਉਹਨੇ, ਉਹ ਗਵਾ ਕੇ ਤੇ ਗਲ 'ਚ ਰੱਸੀ ਪਾ ਕੇ ਤੇ ਫਿਰ ਮਦਾਰੀ ਦੇ ਲਈ ਕਹਿ ਲਓ ਕਿ ਪੈਸੇ ਕਮਾਉਣ ਦਾ ਸਾਧਨ ਬਣ ਜਾਂਦਾ। ਕਿਸ ਚੀਜ਼ ਲਈ? ਸਿਰਫ ਇੱਕ ਕਹਿ ਲਓ ਕਿ ਮੁੱਲ ਛੋਲਿਆਂ ਦੀ ਮੁੱਠੀ ਦੇ ਲਈ। ਲਾਲਚ ਐਸੀ ਬਲਾ ਹੈ। ਬਾਣੀ 'ਚ ਲਿਖਿਆ, ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਮਰਕਟ ਕਹਿੰਦੇ ਬਾਂਦਰ ਨੂੰ, ਕਹਿੰਦੇ ਮਨਾ ਕਮਲਿਆ ਵੇਖ ਲੈ ਦੁਨੀਆ ਵਿੱਚ ਕੀ ਹੋ ਰਿਹਾ। ਮਨ ਬੌਰਾ ਰੇ, ਮਰਕਟ ਬਾਂਦਰ, ਮੁਸ਼ਟੀ ਅਨਾਜ ਕੀ ਮੁੱਠੀ ਅਨਾਜ, ਮੁੱਠੀ ਛੋਲਿਆਂ ਦੀ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਹੱਥ 'ਚ ਪਾ ਲਈ, ਮੁੱਠੀ ਭਰ ਲਈ। ਛੂਟਨ ਕਾ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਆ ਘਰ ਘਰ ਵਾਰ। ਹੁਣ ਛੁਟਕਾਰਾ ਨਹੀਂ ਹੋਣਾ। ਹੁਣ ਵਾਰ ਵਾਰ ਘਰ ਘਰ 'ਤੇ ਜਾ ਜਾ ਕੇ ਨੱਚਣਾ ਪੈਂਦਾ ਇੱਕ ਮੁੱਠੀ ਅਨਾਜ ਦੇ ਲਈ। ਇਸ ਬਾਂਦਰ ਨੇ ਆਪਣੀ ਸੁਤੰਤਰਤਾ ਗਵਾ ਲਈ। ਇਹ ਹਾਲ ਹੈ। ਅਸੀਂ ਵੀ ਇੱਦਾਂ ਹੀ ਕਰਦੇ ਹਾਂ। ਅਸੀਂ ਵੀ, ਮਹਾਰਾਜ ਕਹਿੰਦੇ ਭਾਈ ਇਵੇਂ ਹੀ ਹੈ, ਤਜ ਕਾਮ ਕ੍ਰੋਧ ਅਹੰਕਾਰ। ਕਾਮ ਕ੍ਰੋਧ ਅਹੰਕਾਰ ਹਉਮੈ, ਇਹ ਬੜੀਆਂ ਭੈੜੀਆਂ ਬਲਾਵਾਂ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਛੱਡਣਾ ਪਏਗਾ। ਪਰ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਸ਼ਬਦ ਰੱਤੇ ਸੇ ਨਿਰਮਲੇ। ਅਸਲ 'ਤੇ ਗੁਰਬਾਣੀ ਦਾ ਸ਼ਬਦ ਹੈ ਜਿਹੜਾ, ਉਹ ਮਨ ਨੂੰ ਨਿਰਮਲ ਕਰਦਾ ਜੀ। ਗੁਰਬਾਣੀ ਨੇ ਅੰਦਰ ਗਿਆਨ ਬਖਸ਼ਣਾ, ਗੁਰਬਾਣੀ ਨੇ ਸੋਝੀ ਬਖਸ਼ਣੀ ਹੈ ਤੁਹਾਨੂੰ। ਅਤੇ ਗੁਰਬਾਣੀ ਨਾਲ ਜੁੜ ਕੇ ਜੀ ਗੁਰੂ ਪਿਆਰਿਓ, ਇਹ ਜਿਹੜੇ ਹੈ ਨਾ ਇਹ ਵਿਕਾਰ, ਫਿਰ ਇਹਨਾਂ ਤੋਂ ਤੁਹਾਡਾ ਖਹਿੜਾ ਛੁੱਟਣਾ, ਤੁਹਾਡਾ ਬਚਾਅ ਹੋਣਾ। ਫਿਰ ਇਹਨਾਂ ਤੋਂ ਪੰਜਾਂ ਤੋਂ ਬਚ ਸਕਦੇ ਹਾਂ। ਨਹੀਂ ਤਾਂ ਕਿਸੇ ਨਾ ਕਿਸੇ ਤਰੀਕੇ, ਕਿਸੇ ਨਾ ਕਿਸੇ ਰੂਪ ਵਿੱਚ, ਕਿਤੇ ਨਾ ਕਿਤੇ ਇਹਨਾਂ ਨਾਲ ਤੁਹਾਡਾ ਵਾਹ ਪੈਂਦਾ ਹੀ ਰਹਿਣਾ। ਅਤੇ ਜਿੰਨਾ ਸਮਾਂ ਇਹ ਅੰਦਰ ਹਨ, ਹਿਰਦੇ ਵਿੱਚ ਹਨ, ਮਨ ਵਿੱਚ ਹਨ, ਉਤਨਾ ਚਿਰ ਤੱਕ ਗੁਰੂ ਪਿਆਰਿਓ ਮਨ ਸ਼ੁੱਧ ਨਹੀਂ ਹੁੰਦਾ, ਫਿਰ ਮਨ ਨਿਰਮਲ ਨਹੀਂ ਹੁੰਦਾ। ਨਾਮ ਸਲਾਹਨ ਸਦ ਸਦਾ, ਹਰ ਰਾਖੈ ਉਰ ਧਾਰ। ਗੁਰਮੁਖ ਹਨ ਜਿਹੜੇ, ਉਹ ਬਈ ਨਾਮ ਨੂੰ ਸਲਾਹੁੰਦੇ ਆ ਹਮੇਸ਼ਾ ਹੀ, ਸਦਾ ਸਦਾ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਕਰਦੇ ਆ। ਹਰ ਰਾਖੈ ਉਰ ਧਾਰ। ਗੁਰੂ ਜੀ ਕਹਿੰਦੇ ਹਰੀ ਪ੍ਰਮਾਤਮਾ ਵਾਹਿਗੁਰੂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ ਉਹ ਗੁਰਮੁਖ ਜਿਹੜੇ ਨਾਮ ਨਾਲ ਜੁੜਦੇ ਆ। ਸੋ ਕਿਉ ਮਨਹੁ ਵਿਸਾਰੀਐ, ਸਭ ਜੀਆਂ ਕਾ ਆਧਾਰ। ਕਹਿੰਦੇ ਬਈ ਗੁਰਮੁਖੋ, ਉਸ ਵਾਹਿਗੁਰੂ ਨੂੰ ਕਿਉਂ ਮਨੋਂ ਭੁਲਾ ਰਹੇ ਹੋ? ਕਦੇ ਨਾ ਭੁਲਾਓ। ਕਿਹਨੂੰ ਜੀ? ਕਹਿੰਦੇ ਸਭ ਜੀਆਂ ਕਾ ਆਧਾਰ, ਜਿਹੜਾ ਸਾਰੇ ਜੀਵਾਂ ਨੂੰ ਰੋਜੀ ਰੋਟੀ ਦਿੰਦਾ ਹੈ, ਸਭ ਦਾ ਆਸਰਾ ਹੈ। ਸਾਰੇ ਉਹਨੂੰ ਯਾਦ ਕਰਦੇ ਆ, ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਕੋਈ ਉਹਨੂੰ ਯਾਦ ਕਰਦਾ ਅਤੇ ਉਹ ਸਭ ਦੇ ਮਨ ਦੀ ਜਾਣਨ ਵਾਲਾ, ਮਨ 'ਚ ਮਿਹਰ ਪਾਉਂਦਾ ਹੈ, ਉਹ ਪਰਮਾਤਮਾ ਵਾਹਿਗੁਰੂ ਸਾਰੇ ਜੀਵਾਂ ਦਾ ਆਸਰਾ ਹੈ। ਭਾਈ ਤੇਰਾ ਵੀ ਉਹ ਆਸਰਾ, ਉਹਨੂੰ ਭੁਲਾ ਨਾ। ਵੱਡਾ, ਬਹੁਤ ਵੱਡਾ, ਉਹ ਸਭ ਦਾ ਆਸਰਾ ਹੈ। ਕਿਸੇ ਨਾ ਕਿਸੇ ਤਰੀਕੇ, ਕਿਵੇਂ ਨਾ ਕਿਵੇਂ ਸਭ ਦਾ ਪ੍ਰਬੰਧ ਕਰੀ ਜਾਂਦਾ, ਸਭ ਦਾ ਆਸਰਾ ਹੈ। ਦੁੱਖ ਸੁੱਖ ਵੀ ਉਹਦੇ ਵੱਸ 'ਚ ਨੇ, ਕੀਤੇ ਕਰਮਾਂ ਦਾ ਫਲ ਵੀ ਦਿੰਦਾ। ਪਰ ਜੇ ਜੀਵ ਬਹੁਤ ਨਿਰਮਾਣਤਾ 'ਚ ਆ ਕੇ ਕਹਿ ਲਓ ਕਿ
हथ जोड़ के खड़ जाए, मेरे वस की गल कोई नहीं। फिर वो कर्मा कुरमा नूं परे मारदा वगा के, ते बंदे की हैल्प भी करता है, सहायता भी करता है, बंदे दे नाल खड़ जाता है। भावें वो इंसान होवे, भावें कोई जानवर होवे, सब दी सुनदा। फिर गुरबाणी च उदाहरण दित्ती पई है गुरु तेग बहादुर जी ने। उदाहरण काहदी दित्ती? एक पुरानी उदाहरण दित्ती है, एक समय की गुरबाणी चाहुंदी है कि एक दरिया दे विच एक जानवर रहिंदा सी, उहदा नाम तंदूआ सी। तंदूआ तंदूआ कहंदे सी। ਉਹਦੀ तंद सी बड़ी लम्मी। उस पानी दे विच हाथी वड़िया दरिया विच पानी पीण लई। जदों हाथी उस दरिया दे विच प्रवेश किया, तंदूए ने उहनूं साध संगत जी लत्त विच अपनी तंद पा लई, जकड़ लिया। हाथी भी बड़ा बलशाली सी, बड़ा जोर लाया हाथी ने, बड़ा बाहर तक खिंच लियांदा, पर हाथी दी पेश कोई ना गई। पानी दा जानवर सी, उन्हें फिर पानी च ताकत अपनी दूजी तंद किसी होर पासे, किसी दरख्त नूं, किसी रुख नूं पा लई, जड़ नूं, हाथी नूं खिंच लिया। जदों हाथी दी कोई वाह ना चली, कोई पेश ना गई, हाथी नूं खिंच के बिल्कुल नेड़े लियांदा, हाथी दा सिर भी पानी च डुब गया। केवल एक सुंड बाहर रह गई, सुंड। दरिया दे विच फुੱਲ तिरदे फिरदे सन, कवल दा फुੱਲ सी। उहने सुंड दे नाल फुੱਲ नूं चुक्किया उत्ते नूं, तहां नूं, फिर उत्ते झंगाड़ मारी परमात्मा नूं कि मेरी रखिया कर। परमात्मा ने उहदी रखिया कीती ते वो तंदूए तो बचाया। बाणी च आउंदा, ये गुरबाणी च उदाहरण मिलदी है। बाणी च आउंदा है, गुरु तेग बहादुर साहब महाराज जी दे श्लोक ने ना जिहड़े पढ़दे आपां, ਉਹਦੇ ਵਿੱਚ ਸ਼ਲੋਕਾਂ 'ਚ ਇੱਕ ਦੇ ਵਿੱਚ ਬੰਦੇ ਦੀ ਉਹ ਅਵਸਥਾ ਦੱਸੀ ਹੈ ਜਿੱਥੇ ਬੰਦੇ ਦੇ ਵਸ 'ਚ ਕੁਛ ਨਹੀਂ, ਬੰਦਾ ਹਾਰ ਜਾਏ, ਨਿਰਾਸ਼ ਹੋ ਜਾਏ, ਟੁੱਟ ਜਾਏ, ਕੋਈ ਸਹਾਇਤਾ ਹੀ ਨਾ ਕਰਨ ਵਾਲਾ ਹੋਏ। ਇਹ ਅਵਸਥਾ ਆਉਂਦੀ ਹੈ, ਪਰ ਬਹੁਤ ਘੱਟ ਲੋਕਾਂ ਦੀ ਆਉਂਦੀ। ਨਹੀਂ ਤੇ ਬੰਦਾ ਕਿਤੇ ਨਾ ਕਿਤੇ ਕਹਿ ਲਓ ਤਾਰ ਜੋੜੀ ਰੱਖਦਾ, ਇਹ ਨਹੀਂ ਤੇ ਉਹ ਮੇਰਾ ਆ ਜਾਊਗਾ, ਉਹ ਨਹੀਂ ਤੇ ਮੇਰਾ ਫੁੱਫੜ ਆ ਜਾਊਗਾ, ਤੇ ਮੇਰਾ ਮਾਮਾ ਆ ਜਾਊਗਾ, ਤੇ ਮੇਰੇ ਸਹੁਰੇ आ जाणगे, कि मेरे नानके आ जाणगे, कि मेरे यार वेली आ जाणगे, पता नहीं कित्थे कित्थे। जिन्ना चिर कोई ना कोई है उन्ना चिर वो कहंदा चल तू करी चल, काम लग्या रहे। जदों कोई भी नहीं, हाय मेरा कोई नहीं, कुछ भी नहीं, मेरी बांह फड़न वाला, मेरे अगे खड़न वाला नहीं, मेरे पिछे खड़न वाला नहीं, मेरे कोल निमाणे कोल, मेरी निमाणी कोल कोई नहीं, तू है कला। किस ही कोई कोय, किसे नूं कोई, किसे नूं मंझ निमाणी हिक तू, मैनू निमाणी नूं एक तुइयों है मेरे मालका। फिर जिदन ये गल हो गई, तेरी कली लई दुनिया घुमा के रख दिंदा। वो कहना तू परवाह ना कर, हुण ना, हुण नहीं फिर फिकर किसे आण दे जिहड़ा आउंदा। फिर नानक लहरी लख सयाण, डुबण दे ना मां प्री। वो कहंदा वो समुंदर नूं आउण दे चढ़ के तू फिक्र काहदी करदा, एक लहर दी कोई गल है। समुंदर आ जाए, समुंदर नूं कूजे च बंद करन दी समर्था रखदा। वो कहंदा बूंद बना के रख दूं तेरे वास्ते, समुंदर नूं करदा है। पर वो निर्वाणता कित्थों लैके आवांगे जिहड़ी गुरु तेग बहादुर जी ने दसी है? वो आउंदी नहीं, शंके आई जांदे आ भी हाय मेरे नाल नहीं खड़िया, हाय मेरे नाल नहीं खड़िया, फलाना आ गया मेरे। वो जिन्ना चिर वो तेनू दूजियां झाकां सीआं ना, उन्ना चिर वो नहीं आउंदा। हाँ, ये जे तेरा कोई काम किसी ने सवार दिता, तेरे रिश्तेदार ने, शुक्र कर परमात्मा दा, क्योंकि तेनू वो भी उन्हें दिते है। उन्हें साख संबंधी उन्हें दिते है, किसी ना किसी रूप च वो आउंदा। फिर वो कहंदा चल तेरे मामे दे रूप च आ गया, तेरे भरा दे रूप च आ गया, तेरे दोस्त फ्रेंड दे रूप च आ गया, तेरे किसी क्लास फैलो दे रूप च आ गया।
ਤੇਰੇ ਕਿਸੇ ਜੂਨੀਅਰ ਦੇ ਰੂਪ 'ਚ ਆ ਗਿਆ, ਸੀਨੀਅਰ ਦੇ ਰੂਪ 'ਚ ਆ ਗਿਆ, ਕਿਸੇ ਨੌਕਰ ਦੇ ਰੂਪ 'ਚ ਆ ਗਿਆ, ਕਿਤੇ ਮਾਲਕ ਦੇ ਰੂਪ 'ਚ ਆ ਗਿਆ ਨਾ, ਕੰਮ ਸਵਾਰਤੇ ਨਾ ਤੇਰੇ ਕਰਦਾ। ਉਹ ਭੇਖ ਬਦਲ ਕੇ ਕੰਮ ਕਰਦਾ ਫਿਰ ਉਹ, ਜਿੰਨਾ ਚਿਰ ਦ੍ਰਿਸ਼ਟੀ ਸਾਫ਼ ਨਾ ਹੋਵੇ ਸਾਡੀ। ਜਿੱਦਣ ਅਸੀਂ ਕਹੀਏ ਨਾ ਇਹ ਨਹੀਂ, ਕੁਛ ਨਹੀਂ ਚਾਹੀਦਾ। ਜਿਵੇਂ ਬੱਚਾ ਦੁੱਧ ਦੇ ਦਿਓ ਉਹਨੂੰ, ਰੋਟੀ ਦੇ ਦਿਓ, ਕੁਛ ਸਾਰਾ ਕੁਛ ਦੇਈ ਚੱਲੋ, ਲਈ ਜਾਂਦਾ, ਖੇਡੀ ਜਾਂਦਾ। ਪਰ ਖੇਡਾਂ ਦੇ ਦਿਓ, ਇੱਕ ਟਾਈਮ ਐਸਾ ਹੁੰਦਾ ਉਹ ਖੇਡ ਵੀ ਮਾਰਦਾ ਵਗਾ ਕੇ, ਦੁੱਧ ਦੀ ਸ਼ੀਸ਼ੀ ਮਾਰਦਾ ਵਗਾ ਕੇ, ਰੋਟੀ ਵਾਲੀ ਪਲੇਟ ਨੂੰ ਕਹਿੰਦੇ ਰੱਖੋ ਪਰਾਂ। ਹੁਣ ਕੀ ਚਾਹੀਦਾ ਮੈਨੂੰ? ਤਾਂ ਸਿਰਫ ਮੇਰੀ ਮਾਂ ਚਾਹੀਦੀ ਹੈ। ਫਿਰ ਮਾਂ ਆਉਂਦੀ ਹੈ ਭੱਜੀ, ਫਿਰ ਵੀ ਅੱਛਾ ਫਿਰ ਮਾਂ ਰਹਿ ਥੋੜ੍ਹਾ ਸਕਦੀ ਹੈ ਬੱਚੇ ਬਿਨਾਂ। ਆਖਰੀ ਸਾਹ ਤੱਕ ਵੀ ਆਪਣੇ ਬੱਚੇ ਨੂੰ ਯਾਦ ਕਰਦੀ ਹੈ, ਮਰਨ ਤੱਕ ਵੀ ਉਹਦੇ ਅੰਦਰ ਐਸਾ ਪਿਆਰ ਹੁੰਦਾ ਆਪਣੇ ਬੱਚੇ ਦੇ ਲਈ, ਮਮਤਾ ਹੁੰਦੀ ਆ। ਉਹਨੂੰ ਕੋਈ ਮੇਟ ਨਹੀਂ ਸਕਦਾ ਦੁਨੀਆ ਦਾ ਇਨਸਾਨ। ਇਉਂ ਹੀ ਪ੍ਰਮਾਤਮਾ ਦੀ ਅਤੇ ਪ੍ਰਮਾਤਮਾ ਦੇ ਪਿਆਰਿਆਂ ਦੀ ਹੁੰਦੀ ਹੈ। ਸਾਧ ਸੰਗਤ ਜੀ, ਆਪਸੀ ਖਿੱਚ ਜਿੰਨਾ ਚਿਰ ਲੱਗਿਆ ਖੇਡੇ ਲੱਗਿਆ। ਉਹ ਮਾਂ ਵੀ ਦੇਖੀ ਜਾਂਦੀ, ਆਪਣੇ ਕੰਮ ਕਰੀ ਜਾਂਦੀ ਹੈ ਵੀ ਖੇਡ ਰਿਹਾ, ਧਿਆਨ ਮਾਂ ਦਾ ਬੱਚੇ 'ਚ ਹੁੰਦਾ ਖੈਰ। ਪਰ ਜਿੰਨਾ ਚਿਰ ਲੱਗਿਆ। ਜਦੋਂ ਬੱਚੇ ਨੇ ਚੀਕ ਮਾਰੀ ਨਹੀਂ ਤੇ ਅੱਧੀ ਰਾਤ ਨੂੰ ਸੁੱਤੀ ਪਈ ਘੂਕ ਮਾਂ ਵੀ ਅਪੜਵਾਹੇ ਉੱਠਦੀ ਹੈ, ਅੱਖਾਂ 'ਚ ਨੀਂਦ ਰੜਕਦੀ ਹੈ, ਕੰਮ ਦੀ ਥੱਕੀ ਟੁੱਟੀ ਬਿਮਾਰ ਢਿੱਲੀ ਮੱਠੀ ਘਿਸਰ ਦੀ ਆਉਣਾ ਪਵੇ ਭਾਵੇਂ ਪਰ ਆਊਗੀ। ਇਉਂ ਹੀ ਜਿੱਦਣ ਤੂੰ ਆਵਾਜ਼ ਮਾਰੇਗਾ ਨਾ, ਉਸ ਦਿਨ ਤੇਰੇ ਸਾਹਮਣੇ ਪ੍ਰਗਟ ਹੋਏਗਾ, ਖੜਾ ਹੋਏਗਾ। ਦੇਰੀ ਤੇਰੇ ਆਵਾਜ਼ ਮਾਰਨ ਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ, ਉਹਨਾਂ 2 ਸ਼ਲੋਕਾਂ ਨੂੰ ਆਪਾਂ ਥੋੜ੍ਹਾ ਜਿਹਾ ਦੇਖ ਲਈਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪਹਿਲਾ ਸ਼ਲੋਕ ਹੈ, ਬਲ ਛੁਟ ਕੇ ਬੰਧਨ ਭਰੇ ਕਛੂ ਨਾ ਹੋਤ ਉਪਾਏ। ਕਹਿੰਦੇ ਬਲ ਤੇ ਰਿਹਾ ਹੀ ਨਹੀਂ ਨਾ, ਮੇਰੇ ਕੋਲ ਕੋਈ ਬਲ ਨਹੀਂ। ਬਲ ਬੰਦੇ ਦਾ 3 ਤਰ੍ਹਾਂ ਦੀ ਤਾਕਤ ਹੁੰਦੀ ਹੈ ਬੰਦੇ ਕੋਲ, ਸਰੀਰਕ ਬਲ, ਮਾਨਸਿਕ ਬਲ, ਆਰਥਿਕ ਬਲ, ਜਿਹਨੂੰ ਆਧੁਨਿਕ ਭਾਸ਼ਾ 'ਚ ਕਹਿ ਦਿੰਦੇ ਮਾਈਂਡ ਪਾਵਰ, ਮਨੀ ਪਾਵਰ ਤੇ ਬਾਡੀ ਪਾਵਰ। 3 ਤਰ੍ਹਾਂ ਦੀ ਹੁੰਦੀ ਹੈ। ਬੰਦਾ ਵੀ ਮੇਰਾ ਸਰੀਰ ਬੜਾ ਸੋਹਣਾ, ਮੈਂ ਤਾਂ ਬੜੀ ਤਾਕਤ ਵਾਲਾ, ਜਾਂ ਮੇਰੇ ਪਿੱਛੇ ਸਰੀਰ ਬੜੇ ਖੜੇ ਆ, ਮੇਰੇ ਪਿੱਛੇ ਬੰਦੇ ਬੜੇ ਆ, ਇਹ ਬਾਡੀ ਪਾਵਰ ਹੁੰਦੀ ਹੈ। ਵੀ ਮੇਰੀ ਆਵਾਜ਼ 'ਤੇ ਤਾਂ ਜੀ 100 ਬੰਦਾ ਆ ਜਾਊਗਾ, ਬਾਡੀ ਪਾਵਰ ਹੈ, ਸਰੀਰਾਂ ਦੀ ਤਾਕਤ ਹੈ। ਕੁੱਟ ਦਾਂਗੇ, ਮਾਰ ਦਾਂਗੇ, ਖੋਹ ਲਾਂਗੇ, ਨੱਪ ਦਾਂਗੇ, ਇਉਂ ਕਰ, ਇਹ ਹੈ। ਫਿਰ ਸਰੀਰਕ ਪਾਵਰ, ਦਿਮਾਗ ਦੀ ਅਕਲ ਨਾਲ ਕੰਮ ਕਰ ਲੈਣਾ, ਚਤਰਾਈ ਨਾਲ ਨਿਕਲ ਜਾਣਾ, ਦਿਮਾਗ ਨਾਲ ਵਰਤੋਂ ਕਰ ਲੈਣੀ। ਦੂਜੀ ਤੀਜੀ ਪੈਸੇ ਦੀ, ਆਪ ਵੀ ਨਹੀਂ ਕਰਨਾ ਕੁਛ ਵੀ ਨਹੀਂ, ਪੈਸੇ ਸੁੱਟਣੇ ਕੰਮ। ਇਹ ਤਿੰਨਾਂ 'ਚ ਬੰਦਾ ਭਟਕਦਾ ਰਹਿੰਦਾ। ਜ਼ਿਆਦਾ ਮਨੀ ਪਾਵਰ ਚੱਲਦੀ ਅੱਜ ਦੇ ਟਾਈਮ 'ਚ। ਉਹ ਰਾਜਨੀਤੀ ਗ੍ਰੰਥ ਦਾ ਕਰਤਾ ਚਾਣਕੇ ਕਹਿੰਦਾ, ਜਿਹਦੇ ਘਰੇ ਪੈਸੇ ਨੇ ਉਹਦਾ ਸਾਰਾ ਕੁਛ ਹੈ। ਜਿਹਦੇ ਘਰੇ ਲక్ష్ਮੀ ਆ ਕਹਿੰਦਾ ਚੰਡਾਲ ਵੀ ਹੋਵੇ ਲੋਕੀ ਉਹਨੂੰ ਵੀ ਸਾਹਿਬ ਜੀ ਕਹਿ ਕੇ ਸਲੂਟ ਠੋਕਦੇ ਆ। ਚਣਾਕੇ ਵਾਲਾ ਕਹਿੰਦਾ ਇਹਦਾ ਜ਼ਿਆਦਾ ਪਸਾਰ ਹੈ ਪੈਸੇ ਦਾ। ਪੈਸੇ ਨਾਲ ਤੁਸੀਂ ਸਰੀਰਾਂ ਵਾਲੇ ਰੱਖ ਸਕਦੇ ਹੋ, ਸਰੀਰਕ ਬਲ ਖਰੀਦ ਸਕਦੇ ਹੋ। ਇੱਕ ਬੰਦਾ ਪੈਸੇ ਵਾਲਾ 10 ਭਲਵਾਨ ਰੱਖੀ ਫਿਰਦਾ ਹੈ, ਆਲੇ ਦੁਆਲੇ ਝੋਟਿਆਂ ਵਰਗੇ ਘੁੰਮਦੇ ਆ, ਉਹ ਵਿਚਕਾਰ ਛੋਟਾ ਜਿਹਾ ਘੁੰਮਦਾ ਹੁੰਦਾ। ਕਾਹਦੇ ਲਈ ਬੰਨੇ ਆ ਉਹ? ਗਲ 'ਚ ਪਾ ਕੇ ਰੱਸੀ ਉਹਨਾਂ ਦੇ, ਪੈਸੇ ਨਾਲ। ਦਿਮਾਗ ਵਾਲੇ ਵੀ ਪੈਸੇ ਨਾਲ ਰੱਖੇ ਜਾ ਸਕਦੇ ਆ। ਇੱਕ ਪੈਸੇ ਵਾਲੇ ਬੰਦੇ ਨੇ ਕੋਈ ਡਿਗਰੀ ਨਹੀਂ ਕੀਤੀ, ਦਮ ਵੀ ਨਹੀਂ ਪੜ੍ਹਿਆ, ਪਰ ਉਹਨੇ ਇੰਜੀਨੀਅਰ ਰੱਖੇ ਹੋਏ ਆ, ਉਹਨੇ PhD ਡਾਕਟਰ ਰੱਖੇ ਹੋਏ ਆ, ਤਨਖਾਹ ਦਿੱਤੀ ਹੋਈ ਆ। ਕਾਹਦੇ ਲਈ? ਪੈਸੇ ਨਾਲ। ਕਿਉਂ ਹੈ? ਬੰਦਾ 3 ਤਰ੍ਹਾਂ ਦੀ ਤਾਕਤ ਵਰਤਦਾ ਹੈ, ਪਰ ਕਹਿੰਦੇ ਮੇਰੀਆਂ 3 ਹੀ ਟੁੱਟ ਗਈਆਂ। ਬਲ ਛੁੱਟ ਗਿਓ, ਕੋਈ ਪੈਸਾ ਕੰਮ ਨਹੀਂ ਆ ਰਿਹਾ। ਹੈਗੇ ਬਥੇਰੇ, ਅੱਗ ਲਾਇਆ ਨਹੀਂ ਮੁੱਕਦੇ, ਪਰ ਕੰਮ ਨਹੀਂ ਆਉਂਦੇ। ਸਰੀਰ ਬਥੇਰੇ ਖੜੇ ਆ ਆਲੇ ਦੁਆਲੇ ਬੰਦੇ, ਪਰ ਕੋਈ ਨਾਲ ਨਹੀਂ ਖੜ ਸਕਦਾ। ਦਿਮਾਗ ਵਾਲੇ, ਅਕਲ ਵਾਲੇ ਖੜੇ ਆ, ਪਰ ਕੋਈ ਅਕਲ ਨਹੀਂ ਕੰਮ ਕਰ ਰਹੀ। ਹੁਣ ਕਹਿੰਦਾ ਬਲ ਛੁੱਟ ਗਿਓ, ਬੰਧਨ ਪਰੇ ਬੰਧਨ ਆ ਕੇ ਪੈ ਗਏ। ਇੱਦਾਂ ਦਾ ਫਸ ਗਿਆ ਝੰਜਟ 'ਚ ਕਿ ਨਿਕਲਣਾ ਔਖਾ ਹੈ।
कछु ना होत उपाय, कोई उपाय भी नहीं हो रहा, कोई यत्न नहीं हो रहा, किसी तरीके कोई ढंग तरीका अपनाया नहीं जा रहा। सब मंत्री संतरी जंतरी जवाब दे गए। सारे कहते बापू जी पहले ही बापू सी साडा, जदों तू सतसंग समागम करया करदा सी, हुण तेरे साडे लई बथेरियां तू वोटां मंग लियां, पर हुण जे तेरे कोल आवांगे साडा भी नुकसान हो, तू अपना काम कर। बंधन च पै गया। कछु ना होते उपाय, कोई उपाय नहीं हो रहा। फिर उत्थे जे अरदास करे, कहो नानक आवे ओट हर, गज ज्यों हो सहाय। हे वाहिगुरु, हे मेरे मालक, हे मेरे परमात्मा, हुण ओट तेरी है, आसरा तेरा है। जे मैं हाथी की सहायता की सी ना, जिहड़ी साखी मैं पहला सुनाई तंदूए तो बचा दे लई, तंदूआ खिच रहा सी हाथी नूं, फिर गज ने हाथी ने पुकार की ते परमात्मा ने उसकी रख्या की। हे परमात्मा, जे मैं हाथी की सहायता की, तू मेरी भी सहायता कर। कहो नानक आवे ओट हर, गाज ज्यों हो सहाय। फिर की हुंदा है अगले श्लोक च, देखो गुरु तेग बहादुर जी की कहंदे, अगला ही नाल दा ही श्लोक कहंदे, बस जदों उहदे दर ते अरदास कीती ना, सुन लई उहने, फिर की हुंदा, बाल होआ बंधन छुटे, सब किश होते उपाय। हुण बाल आ गया, काम शुरू हो जाऊगा। बाल ताकत दे दूगा वो भी, लै काम सवार लै, पैसे नाल सवार लै, बंदियां नाल सवार लै, अकल नाल सवार लै, लै चल पिया काम तेरा। काम आउणगियां हुण ये चीज़ां, जिहड़े पैसे कहंदा सी मिट्टी बन गए, हुण ये तेरे काम देणगे। ਜਿਹੜੇ लोग कहता सी हाय मेरे लिए कुछ नहीं कर सकते, वो लोग तेरे लिए खड़नगे अड़नगे। ਜਿਹੜੇ दिमाग वाले बंदे फेल हो गए सी, उन्होंने दिमाग लड़ा के काम कर लिया। बल होआ बंधन छुटे, बंधन कटते, आज़ाद कर लिया, तेनों बंधना चो चुक लिया। बल भी तां ही साथ देंदा है, बंधन भी तदे कटते है, उपा भी तद काम आते हैं जदों पिछे खड़ा हो। फिर यत्न बन जाते हैं। फिर ये नहीं पता जिहड़ा काम कई बार खरा नहीं कर सकता, सोने का सिक्का नहीं काम कर सकता, कई बार वो खोटा सिक्का काम कर जाता है। जिहड़ा काम कोई वड्डा बंदा नहीं कर सकता, एक पीएन दे राही करा दिंदा है। कहंदा जी किधर भटकदे फिरदे हो, छड्डो इधर आओ मेरे कोल। कहंदा जी मैं बेकसूर हाँ जी, मैं कुछ नहीं किया, मैं मारिया गया जी, मेरे तो इन्ने साल लंघ गए, मेरा कोई हीला कोई नहीं सुनता, कोई मंत्री संतरी कोई। वो कहता कोई ना, तू मेरे को आ इत्थे बैठ, मैं दसदा तेन तरीका, आ काम कर लै। अच्छा फलाने बंदे जज नूं मिले है, तू इउं कर, तू ओ बंदे नूं मिल लै, ओहदी मनदा है, आ तरीका अपना लै। अपना लिया, कौन काम कर गया? एक खोटा सिक्का, उपा आ गया ना, यत्न आ गया, हीला लभ पिया। सब किश होत उपाय, उपा लभ पे, तरीका लभ पिया। कहो नानक आवे ओट हर, हुण कीने ओट वाहिगुरू दी है। हुण बल होआ बंधन छुटे, सब किश होत उपाय। कहो नानक सब किश तुमरे हाथ में, तुम ही होत सहाय। गुरु तेग बहादुर जी कहते वाहिगुरु तेरे हथ च सारा कुछ तो पिया है। कहो नानक सब किश तुमरे हाथ में, तुम ही होत सहाय। तू सहायता करदा है। इउं भाई गुरमुखो गुरु महाराज जी समझाउंदे, कहंदे फिर प्रभु परमात्मा नूं कदे ना भुल्लो। वो वाहिगुरू नूं कोनों क्यों वसारदे हो, जिहड़ा सारिਆਂ ਨੂੰ आसरे दिंदा है, सहायता करदा है, पर करदा है जदों बंदा ਉਹਦੇ ਅੱਗੇ ਆਪਣੇ हथियार सुट के सिर सिट दिंदा है। तू भी कदे ना भुल्लो उस वाहिगुरू नूं, एडा वड्डा हो समझा रहे ने।
हे भाई गुरमुखो सो क्यों मनो विसारिया, सब जियां का आधार, सारे जीवां दा आसरा है, आसरा सहायता करने वाला है, आधार है। शब्द मरै सो मर रहा फिर मरै ना दूजी वार। गुरबाणी दे नाल जुड़ के ਜਦੋਂ ਮਨ ਨੂੰ ਮਾਰ ਲਿਆ ਨਾ ਜੀ, ਮਨ ਦੀਆਂ ਵਾਸ਼ਨਾਵਾਂ, ਮਨ ਦੀਆਂ ਨਫਸਾਂ 'ਤੇ ਜਿੱਦਣ ਕਾਬੂ ਕਰ ਲਿਆ, ਮਹਾਰਾਜ ਕਹਿੰਦੇ ਸ਼ਬਦ ਨਾਲ ਮਰ ਗਿਆ ਜਿਹੜਾ, ਫਿਰ ਉਹ ਮਰ ਜਾਂਦਾ। ਅਸਲ ਮੌਤ ਉਹ ਹੈ ਜਿਹੜੀ ਮਰਦੇ ਆ ਨਾ, ਅਸੀਂ ਜੰਮਦੇ ਹਾਂ ਮਰਦੇ ਹਾਂ, ਇਹ ਨਾ ਅਸਲ ਮੌਤ ਹੈ ਨਾ ਅਸਲ ਜ਼ਿੰਦਗੀ ਹੈ, ਸਾਡਾ ਸਭ ਕੁਝ ਨਕਲੀ ਹੈ। ਸਜ਼ਾ ਇਹ ਸਜ਼ਾਏ ਮੌਤ ਸਜ਼ਾਏ ਜ਼ਿੰਦਗੀ। ਆਹ मौत की तो सज़ा सुनी, जिंदगी की भी सज़ा इत्थे। जम्मै मरै मरै फिर जम्मै, बहुत सजाए पया देश लम्मै। किसी बंदे नूं भटकण लई वो छड्ड दो बई जा भटकी चल, देश नकाला दे दो, तड़ी पार कर दो बंदे नूं, काले पानी की सज़ा दे दो बंदे नूं, ते बंदा की कुछ करता है सास अपने देश आण दे। ਵੱਡੇ ਵੱਡੇ ਜਿਨ੍ਹਾਂ ਨੂੰ ਲੋਕੀ ਇਹਨਾਂ ਦੇ ਨਾਂ ਦੇ ਅੱਗੇ ਵੀਰ ਲਾਉਂਦੇ ਆ ਨਾ, ਫਲਾਣਾ ਵੀਰ ਟਮਕਾਣਾ ਵੀਰ, ਉਹ ਅੰਗਰੇਜ਼ਾਂ ਨੇ ਕਾਲੇ ਪਾਣੀ ਦੀ ਸਜ਼ਾ ਕੀਤੀ। ਕਾਲੇ ਪਾਣੀ ਦੀ ਸਜ਼ਾ ਦੂਰ ਕਰਾਉਣ ਦੇ ਲਈ ਅੰਗਰੇਜ਼ਾਂ ਦੇ ਹੱਕ 'ਚ ਚਿੱਠੀਆਂ ਲਿਖਦੇ ਰਹੇ, ਭੁਗਤਦੇ ਰਹੇ। ਕਿੰਨਾ ਔਖਾ ਹੈ। ਪਰ ਸਾਧ ਸੰਗਤ ਉਹ ਇੱਕ ਜ਼ਿੰਦਗੀ ਜਾਂ ਕੁਝ ਸਾਲ ਕੱਟਣੇ ਔਖੇ, ਤੇ ਆ ਦੇਖੋ ਆਪਾਂ ਨੂੰ ਕਿੰਨੇ ਜਨਮ ਹੋ ਗਏ ਭਟਕਦੇ ਫਿਰਦੇ ਆ ਆਪਣੇ ਘਰ ਤੋਂ ਬਾਹਰ, ਕਿੰਨੇ ਤੰਗ ਪਰੇਸ਼ਾਨ ਆ, ਉਲਝੇ ਪਏ ਆ। ਤੇ ਮਹਾਰਾਜ ਕਹਿੰਦੇ ਭਾਈ ਗੁਰਮੁਖੋ ਜੰਮਣ ਮਰਨ ਵੀ ਬੜਾ ਔਖਾ ਹੈ। ਅਸਲ ਮੌਤ ਤੇ ਉਹ ਹੈ, ਮੌਤ ਵੀ ਚੰਗੀ ਜਿਸ ਦਿਨ ਸ਼ਬਦ ਦੇ ਰਾਹੀਂ ਹੋ ਜਾਏ ਤੇ ਜਨਮ ਮਰਨ ਛੁੱਟ ਜਾਏ। ਸਾਧ ਸੰਗਤ ਸ਼ਬਦ ਮਰੈ ਸੋ ਮਰ ਰਿਹਾ ਫਿਰ ਮਰੈ ਨਾ ਦੂਜੀ ਵਾਰ, ਕਿਉਂਕਿ ਇਸ ਵਾਰ ਸ਼ਬਦ ਦੇ ਰਾਹੀਂ ਜਿਹੜੀ ਮੌਤ ਹੋਈ, ਹੁਣ ਦੂਜੀ ਵਾਰ ਜੰਮੇਗਾ ਨਹੀਂ ਤੇ ਦੂਜੀ ਵਾਰ ਮਰਨਾ ਨਹੀਂ ਪਏਗਾ। ਸ਼ਬਦ ਹੀ ਤੇ ਪਾਈਐ ਹਰ ਨਾਮੇ ਲੱਗਾ ਪਿਆਰ। ਗੁਰਬਾਣੀ ਦੇ ਸ਼ਬਦ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਹਰੀ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਲੱਗ ਜਾਂਦਾ ਜੀਵ ਦਾ। ਬਿਨ ਸ਼ਬਦਾ ਜਗ ਭੁੱਲਾ ਫਿਰੈ ਮਰ ਜਨਮੈ ਵਾਰੋ ਵਾਰ। ਸ਼ਬਦ ਬਾਣੀ ਤੋਂ ਬਿਨਾਂ ਜਗਤ ਭੁੱਲਾ ਫਿਰਦਾ ਹੈ, ਭਟਕਦਾ ਫਿਰਦਾ ਹੈ, ਜੰਮਦਾ ਮਰਦਾ ਹੈ, ਵਾਰ ਵਾਰ ਜੰਮਦਾ ਮਰਦਾ ਹੈ, ਜੰਮਦਾ ਮਰਦਾ। ਸਭ ਸਾਲਾ ਹੈ ਆਪ ਕੋ ਵੱਡੋ ਵਡੇਰੀ ਹੋਏ। ਆਪਣੀ ਸਿਫਤ ਸਲਾਹ ਲੋਕੀ ਕਰੀ ਜਾਂਦੇ ਆ, ਆਪਣੀਆਂ ਵਡਿਆਈਆਂ ਵੱਡੇ ਤੋਂ ਵੱਡੇ ਬਣੇ ਫਿਰਦੇ ਆ। ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ। ਪਰ ਗੁਰੂ ਦੀ ਬਾਣੀ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਮਝ ਨਹੀਂ ਪੈਂਦੀ ਮੈਂ ਕੀ ਹਾਂ, ਮੇਰੀ ਤਾਕਤ ਕੀ ਹੈ, ਮੇਰੀ ਅਸਲੀਅਤ ਕੀ ਹੈ, ਮੈਂ ਕੌਣ ਹਾਂ, ਸਮਝ ਨਹੀਂ ਪੈਂਦੀ। ਗੁਰਬਿਨ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ। ਕੀ ਕਹੇਗਾ, ਕੀ ਸੁਣੇਗਾ, ਕੋਈ ਲਾਭ ਨਹੀਂ ਤੇਰਾ ਦੁਨਿਆਵੀ ਗੱਲਾਂ ਕਹਿਣ ਦਾ ਤੇ ਸੁਣਨ ਦਾ। ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ। ਜੇ ਸ਼ਬਦ ਦੀ ਪਹਿਚਾਣ ਗੁਰੂ ਦੇ ਦੀ ਹੋ ਜਾਏ, ਗੁਰਬਾਣੀ ਦੀ ਸੋਝੀ ਪੈ ਜਾਏ, ਤੇ ਫਿਰ ਕਹਿੰਦੇ ਹਉਮੈ ਮਿਟ ਜਾਂਦੀ ਤੇ ਜੀਵ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਸੋ ਸਾਨੂੰ ਯਤਨ ਕਰਨਾ ਚਾਹੀਦਾ ਹੈ, ਗੁਰਬਾਣੀ ਦੇ ਸ਼ਬਦ ਨਾਲ ਜੁੜਨਾ ਚਾਹੀਦਾ ਹੈ। ਇਸ ਤਰ੍ਹਾਂ ਦਾ ਉਦਮ ਕਰੀਏ ਜਿਹਦੇ ਰਾਹੀਂ ਸਾਧ ਸੰਗਤ ਅਸੀਂ ਸੇਵਾ ਸਿਮਰਨ ਨਾਲ ਜੁੜ ਕੇ ਆਪਣਾ ਸਮਾਂ ਸਫਲ ਬਣਾ ਸਕੀਏ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਜਿੰਨੀਆਂ ਵੀ ਸੰਗਤਾਂ ਗੁਰੂ ਘਰ ਵਿਖੇ ਹਾਜ਼ਰ ਹੋਈਆਂ, ਸਭਨਾਂ ਨੂੰ ਜੀਵਾਂ ਨੂੰ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।